ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਨਕ ਸ਼ਾਹੀ ਕੈਲੰਡਰ ਅਨੁਸਾਰ ਅੱਜ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਜੋਤੀ ਜੋਤ ਦਿਵਸ ਹੈ ਅਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਗੱਦੀ ਪੁਰਬ ਹੈ। ਇਸੇ ਦੇ ਬਾਰੇ ਵਿੱਚ ਆਪਾਂ ਵਿਚਾਰ ਦੀ ਸਾਂਝ ਪਾਵਾਂਗੇ। ਦੁਨੀਆ ਦੇ ਅੰਦਰ ਗੁਰਮਤਿ ਨੇ ਨਵੇਕਲੇ ਦੋ ਪੱਖ ਰੱਖੇ ਨੇ, ਬਿਲਕੁਲ ਨਵੇਕਲੇ। ਪਹਿਲਾ ਪੱਖ ਹੈ ਵੀ ਜਿਉਣਾ ਕਿਵੇਂ ਹੈ। ਲੋਕਾਂ ਨੂੰ ਜਿਉਣ ਦਾ ਹੀ ਪਤਾ ਨਹੀਂ ਸੀ। ਦੂਜਾ ਪੱਖ ਗੁਰਮਤਿ ਨੇ ਰੱਖਿਆ ਵੀ ਮਨੁੱਖ ਨੂੰ ਮਰਨਾ ਕਿਵੇਂ ਚਾਹੀਦਾ ਹੈ। ਜਿਉਣ ਲਈ ਸਾਰੀ ਕੁਰਬਾਨੀ ਸਾਨੂੰ ਸੁਚੇਤ ਕਰਦੀ ਹੈ। ਇੱਕ ਇੱਕ ਸਵਾਸ ਤੋਂ ਲੈ ਕੇ ਵੀ ਜਿਉਣ ਦੀ ਜਾਂਚ ਸਿਖਾਉਂਦੀ ਹੈ। ਤੇ ਗੁਰੂ ਅਮਰਦਾਸ ਜੀ ਨੇ ਮੌਤ ਦਾ ਖੁਲਾਸਾ ਕੀਤਾ, ਬਹੁਤ ਪਿਆਰਾ। ਗੁਰੂ ਅਮਰਦਾਸ ਜੀ ਨੇ ਜਦੋਂ ਜੋਤੀ ਜੋਤ ਸਮਾਉਣਾ ਸੀ, ਉਸ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਕੋਲ ਬਿਠਾ ਕੇ ਕੁਝ ਗੱਲਾਂ ਸਮਝਾਈਆਂ। ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਤਾਇਆ, ਮਤ ਮੈਂ ਪਿੱਛੇ ਕੋਈ ਰੋਗ ਸੀ, ਸੋ ਮੈਂ ਮੂਲ ਨਾ ਪਾਇਆ। ਸਤਿਗੁਰ ਫਿਰ ਕੀ ਕਰੀਏ, ਕੋਈ ਪ੍ਰਾਣੀ ਚੜ੍ਹਾਈ ਕਰ ਜੇ ਤੇ ਕੀ ਕਰਨਾ ਚਾਹੀਦਾ ਹੈ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਮੇਰੇ ਪਿੱਛੋਂ ਇੱਕ ਕੰਮ ਕਰਿਓ। ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਕੇਸੋ ਗੋਪਾਲ ਪੰਡਤ ਸਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਕਹਿਣ ਲੱਗੇ ਕੀਰਤਨ ਕਰਿਓ ਤੇ ਰੱਬ ਦੇ ਅਟਲ ਹੁਕਮ ਨਿਯਮ ਦੀ ਵਿਆਖਿਆ ਕਰਿਓ, ਉਹਦੀ ਕਥਾ ਕਰਿਓ। ਅਗਲੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਗੱਦੀ ਮਿਲਣ ਦੀ। ਇਹ ਗੱਲ ਚੇਤਾ ਰੱਖਿਓ, ਜੇ ਸਾਨੂੰ ਇਤਿਹਾਸ ਬਹੁਤ ਕੁਝ ਕੁਰਬਾਨੀ ਦੀ ਕਸਵੱਟੀ ਤੇ ਪਰਖ ਕੇ ਬੜੀ ਛਾਣਬੀਣ ਕਰਨ ਦੀ ਲੋੜ ਹੈ। ਬੜੇ ਗੁੱਝੇ ਤਰੀਕੇ ਦੇ ਨਾਲ ਗੁਰਮਤਿ ਦੇ ਉੱਤੇ ਮਨਮਤ ਨੇ ਆਪਣਾ ਗਲਬਾ ਐਸਾ ਪਾਇਆ ਹੋਇਆ ਹੈ, ਬਹੁਤ ਵਾਰੀ ਚੰਗੇ ਚੰਗੇ ਸਿੱਖਾਂ ਨੂੰ ਵੀ ਸਮਝਣ ਵਿੱਚ ਠੋਕਰ ਲੱਗ ਜਾਂਦੀ ਹੈ। ਗੁਰਮਤਿ ਅਨੁਸਾਰ ਮੈਂ ਤੁਹਾਡੇ ਨਾਲ ਸਾਂਝ ਪਾਉਣ ਲੱਗਾ ਹੈ। ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਕਿਵੇਂ ਮਿਲੀ, ਇਹ ਤਾਂ ਆਪਾਂ ਬਹੁਤ ਵਾਰੀ ਵਿਚਾਰਦੇ ਹਾਂ, ਪਰ ਮੈਂ ਇੱਕ ਨਵੇਕਲਾ ਪੱਖ ਰੱਖਣਾ ਚਾਹੁੰਦਾ ਵੀ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਕਿਉਂ ਮਿਲੀ। ਥੋੜਾ ਜਿਹਾ ਪਿਛੋਕੜ। ਗੁਰੂ ਨਾਨਕ ਸਾਹਿਬ ਨੇ ਇੱਕ ਰੀਤ ਪਾ ਦਿੱਤੀ ਸੀ। ਥੋੜਾ ਜਿਹਾ ਮੈਂ ਉਸ ਤੋਂ ਵੀ ਪਿੱਛੇ ਚਲਾ ਜਾਵਾਂ। ਵਿਪਰਵਾਦੀ ਸੋਚ ਨੇ ਇੱਕ ਨਵੀਂ ਵਿਚਾਰ ਮਨੁੱਖ ਦੇ ਦਿਮਾਗ ਵਿੱਚ ਪੱਕੇ ਤੌਰ ਤੇ ਵਸਾ ਦਿੱਤੀ ਭਈ ਜਿਹੜਾ ਜਿਹਦੇ ਘਰ ਜੰਮਿਆ ਉਹੀ ਉਹਦੀ ਜ਼ਾਤ ਹੈ, ਉਹੀ ਉਹਦੀ ਕੁੱਲ ਹੈ ਤੇ ਉਹੀ ਉਹਦਾ ਪਰਿਵਾਰਕ ਅੱਗੇ ਸਿਲਸਿਲਾ ਹੈ। ਗੁਰੂ ਨਾਨਕ ਸਾਹਿਬ ਨੇ ਇਸ ਗੱਲ ਨੂੰ ਪਲਟ ਦਿੱਤਾ। ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰ ਦਿੱਤੀ, ਜ਼ਰੂਰੀ ਨਹੀਂ ਕੋਈ ਗੁਰੂ ਦੇ ਘਰ ਜੰਮਿਆ ਪੁੱਤ ਗੁਰੂ ਹੀ ਹੋਵੇ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਦੋਵੇਂ ਪੁੱਤ ਪਾਸੇ ਕਰਕੇ ਸਿੱਖਾਂ ਪੁੱਤਰਾਂ ਘੋਖ ਕੇ ਸਭ ਉਮਤ ਵੇਖਿਓ, ਜੇ ਕਿਉਂ ਜਾਂ ਸਦੋਸ਼ ਤਾਂ ਲੈਣਾ ਟਿਕਿਓ। ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਗੁਰਗੱਦੀ ਕਿਵੇਂ ਦਿੱਤੀ, ਬਾਬਾ ਸੱਤਾ ਬਲਵੰਡ ਜੀ ਜ਼ਿਕਰ ਕਰਦੇ ਨੇ। ਕਹਿੰਦੇ ਸਿੱਖਾਂ ਨੂੰ ਪੁੱਤਰਾਂ ਨੂੰ
ਚੰਗੀ ਤਰ੍ਹਾਂ ਘੋਖਿਆ, ਵਿਚਾਰਿਆ, ਸਮਝਿਆ। ਸਭ ਉਮਤ ਦਾ ਅਰਥ ਹੁੰਦਾ ਸੰਗਤ। ਸੰਗਤ ਨੂੰ ਵੀ ਚੰਗੀ ਤਰ੍ਹਾਂ ਵਿਚਾਰ ਲਿਆ, ਦੇਖ ਲਿਆ। ਸਭ ਉਮਤ ਵੇਖਿਓ ਜੇ ਕਿਉਂ ਨਾ, ਜਾਂ ਸਦੋਸ਼ ਤਾਂ ਲੈਣਾ ਟਿਕਿਓ। ਜਦੋਂ ਸਾਰਿਆਂ ਵਿੱਚੋਂ ਸ਼ੁੱਧ ਨਿਕਲਿਆ ਬਾਬਾ ਲਹਿਣਾ, ਤਾਂ ਉਹਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਤਖਤ ਤੇ ਬਿਠਾ ਦਿੱਤਾ। ਇੱਥੇ ਕੋਈ ਮਮਤਾ, ਕੋਈ ਪਿਆਰ, ਕੋਈ ਇਸ ਤਰ੍ਹਾਂ ਦੇ ਦੁਨਿਆਵੀ ਪਿਤਾ ਪੁਰਖੀ ਗੱਲ ਜਾਂ ਪਰਿਵਾਰਕ ਝਮੇਲੇ ਦੀ ਕੋਈ ਕਹਾਣੀ ਨਹੀਂ। ਗੁਰੂ ਅੰਗਦ ਸਾਹਿਬ ਜੀ ਨੇ ਵੀ ਇਸੇ ਤਰ੍ਹਾਂ ਆਪਣੇ ਪੁੱਤਰਾਂ ਨੂੰ ਵਿਚਾਰਿਆ। ਜਦੋਂ ਕੋਈ ਕਸਵੱਟੀ 'ਤੇ ਨਾ ਉਤਰਿਆ ਤਾਂ ਗੁਰਗੱਦੀ ਗੁਰੂ ਅਮਰਦਾਸ ਜੀ ਨੂੰ ਬਖਸ਼ਿਸ਼ ਕਰ ਦਿੱਤੀ। ਹੁਣ ਗੁਰੂ ਅਮਰਦਾਸ ਜੀ ਨੇ ਵੀ ਪਿਛਲੀ ਜੋਤ ਤੇ ਜੁਗਤ ਉਹੀ ਹੈ, ਬਦਲੀ ਨਹੀਂ। ਜਿਹੜੀ ਜੁਗਤ ਗੁਰੂ ਨਾਨਕ ਸਾਹਿਬ ਨੇ ਵਰਤੀ, ਜਿਹੜੀ ਜੁਗਤ ਗੁਰੂ ਅੰਗਦ ਸਾਹਿਬ ਨੇ ਵਰਤੀ, ਉਹੀ ਜੁਗਤ ਗੁਰੂ ਅਮਰਦਾਸ ਜੀ ਨੇ ਵਰਤੀ। ਉਹਨਾਂ ਨੇ ਵੀ ਆਪਣੇ ਪੁੱਤਾਂ ਨੂੰ ਘੋਖ ਕੇ ਵੇਖਿਆ। ਉਹਨਾਂ ਦੇ ਪੁੱਤ ਨੇ ਬਾਬਾ ਮੋਹਨ ਜੀ ਤੇ ਬਾਬਾ ਮੋਰੀ ਜੀ। ਜਦੋਂ ਉਹ ਪੂਰਨ ਤੌਰ ਤੇ ਕਸਵੱਟੀ 'ਤੇ ਨਾ ਉਤਰੇ ਤਾਂ ਆਪਣੇ ਦੋਵੇਂ ਪੁੱਤਾਂ ਨੂੰ ਲਾਮੇ ਕਰ ਦਿੱਤਾ। ਪਰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਉਦੋਂ ਕਸਵੱਟੀ 'ਤੇ ਪੂਰੇ ਉਤਰੇ ਤੇ ਉਹਨਾਂ ਨੂੰ ਗੁਰਗੱਦੀ ਦੇ ਤਖਤ ਤੇ ਬਿਠਾ ਦਿੱਤਾ। ਹੁਣ ਕਿਆ, ਧਿਆਨ ਨਾਲ ਸਮਝਿਓ, ਇਹ ਗੱਲ ਹਮੇਸ਼ਾ ਚੇਤਾ ਰੱਖਿਓ। ਵਿਦਿਆਰਥੀ ਪੜ੍ਹਦੇ ਬਹੁਤ ਹੁੰਦੇ ਨੇ, ਪਰ ਉਹਨਾਂ 'ਚੋਂ ਕੋਈ ਇੱਕ ਅੱਧਾ ਟੌਪਰ ਬਣਦਾ ਹੈ। ਵਿਦਿਆ ਬਰਾਬਰ ਹੈ, ਕਿਤਾਬਾਂ ਬਰਾਬਰ ਨੇ, ਸਿਲੇਬਸ ਬਰਾਬਰ ਹੈ, ਟੀਚਰ ਬਰਾਬਰ ਹੈ, ਕਮਰਾ ਬਰਾਬਰ ਹੈ, ਸਾਰਾ ਕੁਛ ਇੱਕੋ ਜਿਹਾ ਹੈ। ਹਰ ਵਿਦਿਆਰਥੀ ਟੌਪ ਨਹੀਂ ਹੁੰਦਾ, ਟੌਪ ਨੂੰ ਨਹੀਂ ਛੂੰਹਦਾ ਕੋਈ ਵਿਦਿਆਰਥੀ। ਇਸੇ ਤਰ੍ਹਾਂ ਉਪਦੇਸ਼ ਤਾਂ ਸਾਰਿਆਂ ਨੂੰ ਸਾਂਝਾ ਦਿੱਤਾ ਜਾਂਦਾ ਪਿਆਰਿਓ। ਕੋਈ ਕਮਾ ਕੇ ਇੱਥੇ ਤੱਕ ਪਹੁੰਚ ਜਾਂਦਾ ਵੀ ਉਹ ਗੁਰੂ ਤੇ ਤਖਤ ਤੇ ਵੀ ਬਿਰਾਜਮਾਨ ਹੋ ਸਕਦਾ ਹੈ, ਉਹ ਇਸ ਸਿਖਰ ਨੂੰ ਛੂਹ ਜਾਂਦਾ ਹੈ। ਪਰ ਇਹ ਕਹਾਣੀ ਇੱਕ ਦਿਨ ਦੀ ਨਹੀਂ ਹੁੰਦੀ, ਇੱਕ ਲੰਮੇਰੇ ਜੀਵਨ ਦੀ ਸਾਧਨ ਹੈ। ਗੁਰੂ ਅਮਰਦਾਸ ਜੀ ਦੀਆਂ ਅੱਖਾਂ ਨੇ, ਗੁਰੂ ਰਾਮਦਾਸ ਜੀ, ਬਾਬਾ ਜੇਠਾ ਜੀ, ਮੈਂ ਹਜੇ ਸ਼ਬਦ ਵਰਤਾਂਗਾ, ਬਾਬਾ ਜੇਠਾ ਜੀ ਦੇ ਸਮੁੱਚੇ ਜੀਵਨ ਨੂੰ ਆਪਣੀਆਂ ਅੱਖਾਂ ਸਾਹਮਣੇ ਨਾਪਿਆ ਤੋਲਿਆ ਹੋਇਆ ਹੈ। ਨਿੱਕੀ ਜਿਹੀ ਉਮਰ ਹੈ, ਜਦੋਂ ਮਾਤਾ ਪਿਤਾ ਦੋਵੇਂ ਚੜ੍ਹਾਈ ਕਰ ਗਏ, ਬਾਬਾ ਜੇਠਾ ਜੀ ਆਪਣੀ ਨਾਨੀ ਦੀ ਉਂਗਲ ਪਕੜ ਕੇ ਚੂਨਾ ਮੰਡੀ ਲਾਹੌਰ ਤੋਂ ਬਾਸਰ ਕੇ ਗਿੱਲਾਂ ਅੰਮ੍ਰਿਤਸਰ ਸਾਹਿਬ ਦੇ ਲਾਗੇ ਹੈ। ਗੁਰੂ ਅਮਰਦਾਸ ਜੀ ਦਾ ਪਵਿੱਤਰ ਸਥਾਨ ਹੈ, ਉਹਨਾਂ ਦਾ ਜਨਮ ਸਥਾਨ ਹੈ, ਉੱਥੇ ਆ ਗਏ। ਗੁਰੂ ਅਮਰਦਾਸ ਜੀ ਦਾ ਇਹ ਅਸਥਾਨ ਹੈ, ਜਨਮ ਸਥਾਨ ਹੈ। ਬਾਬਾ ਜੇਠਾ ਜੀ ਦਾ ਨਾਨਕਾ ਪਿੰਡ ਹੈ। ਇੱਥੋਂ ਦੀ ਰਹਿਣ ਵਾਲੀ ਬੀਬੀ ਦਇਆ ਕੌਰ, ਗੁਰੂ ਰਾਮਦਾਸ ਜੀ ਦੀ ਮਾਤਾ, ਉਹ ਇਸ ਬਾਸਰ ਕੇ ਪਿੰਡਾਂ ਦੀ ਹੈ, ਬਾਸਰ ਕੇ ਗਿੱਲਾਂ ਪਿੰਡ ਦੀ ਸੀ। ਗੁਰੂ ਰਾਮਦਾਸ ਜੀ ਇੱਥੇ ਆ ਗਏ ਬਾਬਾ ਜੇਠਾ ਜੀ ਦੇ ਰੂਪ ਵਿੱਚ। ਹੁਣ ਇਹ ਤਾਂ ਕੁਦਰਤੀ ਗੱਲ ਹੈ ਵੀ ਇੱਕ ਬੱਚਾ 7 ਸਾਲ ਦਾ ਹੈ, ਜਿਹਦੀ ਨਾ ਹੈ ਬਾਪ ਹੈ ਨਾ ਮਾਂ ਹੈ, ਤੇ ਉਹਨੂੰ ਪਿੰਡ ਵਾਲੇ ਲੋਕ ਬੜੇ ਪਿਆਰ ਨਾਲ ਮਿਲਣ ਆਏ। ਉਸ ਵੇਲੇ ਬਾਬਾ ਅਮਰਦਾਸ ਜੀ ਵੀ ਮਿਲਣ ਆਏ। ਇੱਕ ਗੱਲ ਮੈਂ ਹੋਰ ਸਪਸ਼ਟ ਕਰਦੀ ਹਾਂ, ਫਿਰ ਇੱਥੋਂ ਹੀ ਗੱਲ ਤੋਰਾਂਗੇ। ਗੱਲ ਬੜੀ ਪਕੜ ਵਿੱਚ ਰੱਖਿਓ। ਜੇ 24 ਸਤੰਬਰ 1534 ਨੂੰ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੈ। ਮੈਂ ਇੱਕ ਵਾਰੀ ਫਿਰ ਦੁਹਰਾਵਾਂ, ਸਤੰਬਰ ਮਹੀਨੇ ਦੀ 24 ਤਰੀਕ ਤੇ 1534 ਨੂੰ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੈ। ਜਦੋਂ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੋਇਆ, ਬੜੇ ਧਿਆਨ ਨਾਲ ਸੁਣਿਓ, ਉਦੋਂ ਗੁਰੂ ਨਾਨਕ ਸਾਹਿਬ ਜੀ ਵੀ 65 ਸਾਲ ਦੇ ਨੇ। ਉਦੋਂ ਗੁਰੂ ਰਾਮਦਾਸ ਜੀ ਵੀ 65 ਸਾਲ ਦੇ ਨੇ। 1504 ਵਿੱਚ ਬਾਬੇ ਲਹਿਣੇ ਦਾ ਜਨਮ ਹੋਇਆ ਸੀ। ਬਾਬਾ ਲਹਿਣਾ ਜੀ ਉਸ ਵੇਲੇ 30 ਸਾਲ ਦੇ ਨੇ। ਗੁਰੂ ਨਾਨਕ ਸਾਹਿਬ ਜੀ 1539 ਵਿੱਚ ਜੋਤੀ ਜੋਤ ਸਮਾਏ ਨੇ। 65 ਸਾਲ ਉਮਰ ਗੁਰੂ ਨਾਨਕ ਸਾਹਿਬ ਦੀ ਹੈ,
वो भी उस वेले मौजूद ने। गुरु अंगद साहब जी 30 साल की उम्र है, हजे मिलाप नहीं होया गुरु का, पर वो भी ने। ते तीजे गुरु अमरदास जी, याद रखो जी, इन्हां दी उम्र उस वेले 55 साल है। ये भी शरीरक जामे विच ने, पर हजे मिलाप किसी का भी नहीं होया। गुरु रामदास जी का हजे प्रकाश होया। हुण गल दिमाग च रखिए, ये तो कुदरती गल है भी सारे मिलण वास्ते आए, पर जदों बाबा अमरदास जी आए, उन्हों का भी बासर के पिंड ही सी, बाबे जेठे का नानका पिंड है। जदों उन्होंने घर अफसोस करना आए बई तुहाडी माँ ते बाप दोवें चढ़ाई कर गए, बाकियां वांगू गुरु अमरदास जी ने अफसोस नहीं किया। उस बच्चे नूं अपनी गोद विच बिठाया, मत्था चुमिया, कुट के सीने नाल लाया, कहन लगे पुत वे, जेड़े रब दी रजा, रब दे पानी नूं मिठा करके मन लैंदे ने ना, एक गल चेता रखी, उन्होंने रब एडियां उच्चियां पदवियां ते बिठा दिंदा है, संसार उन्हां अगे नमस्कारां करदा है। बड़ियां मिठियां प्यारियां असीसां हौसला दे के गुरु अमरदास जी ने बाबा जेठा जी नूं प्यार दिता। और बाबा जेठा जी नूं इवें गलवकड़ी विच लैके जदों निघा प्यार दिता, बाबे जेठे दे दिल ने भी एक गल मन लई भई ये जिहड़े बोल ने केवल हमदर्दी दे नहीं, ये दिल दी दुनिया चों दर्द विचों निकले हुए बोल ने। नेड़ता बन गई। बड़ी ध्यान नाल सुनियो, 1541 विच 7 साल की उम्र है, 1534 नूं जन्म हुंदा है, 1541 नूं बाबा जेठा जी बासर के गिला आउंदे ने, ते 1541 नूं ही बाबा अमरदास जी नूं कोई ताना मार दिंदा भी तूं हजे तक गुरु धारण नहीं कीता। वो ठोकर खा के छड्ड के तीर्थां नूं गुरु अंगद साहब जी के चरणों विच आ गए। उत्थे आके सेवा करन लग पे। सेवा करदिआं करीब 5 साल बीत गए। 1546 विच गोइंदवाल साहब शहर वसाया गुरु अंगद साहब जी के कहण उत्ते। 1546 विच गोइंदवाल साहब बस गया है। हजे गुरु नहीं बने गुरु अमरदास जी, पर शहर वसाता। गुरु अमरदास जी अपनी भी रिहाइश लियाए ते अपने नाल ही जेठे नूं भी लेके इत्थे आ गए। इत्थे आ गए। हुण ध्यान दिओ, 1546 विच बाबे जेठे की उम्र 12 साल है। वो जिहड़ी पहलां घुंगड़ियां बेचण की सेवा उत्थे करते सन बासर के गिला, उही घुंगड़ियां बेचण की सेवा इत्थे आके करन लग पे। ते उन्होंने एक दिन गुरु अमरदास जी ने सुभावक वचन आखे, कहन लगे पुत तू कल्ला पेट है, नानी ते हुण है नहीं, तू कल्ला ढिड है, तू कल्ली जान है। घुंगड़ियां बेचनियां छड्ड के पुत तू सेवा करिया कर। गल ते 2 प्रशादियां दी है, गुरु घर चों छक लिया कर। बाबा जेठा जी ने घुंगड़ियां बेचनियां छड्ड दित्तियां, सेवा दिन रात एक करके लगन करके करन लग पे। सेवा करदियां करदियां एक मैं कुर्बानी का वचन कह दियां, पहला गल पकड़ विच आ जाए। सा सेवा कीती सफल है जित सतगुर का मन मने। सतगुर का मन मनिया तां पाप कसमल भन्ने। असी बहुत बारी सेवा लोक दिखावे लई कर लेने हैं, पर जिहड़ा सेवा गुरु दे लई करदा है ना,
ਤੇ ਫਿਰ ਜਿਸ ਦਿਨ ਗੁਰੂ ਖੁਸ਼ ਹੁੰਦਾ ਹੈ ਨਾ, ਉਦੋਂ ਤੇ ਫਿਰ ਰਾਜ ਸ੍ਰਿਸ਼ਟ ਦਾ ਦੇ ਦਿੰਦਾ ਹੈ ਨਾ। ਹਸਤੀ ਸਿਰ ਜਿਉ ਅੰਕਸ ਹੈ, ਅਹਰਨ ਜਿਉ ਸਿਰ ਦੇ, ਮਨ ਤਨ ਆਗੇ ਰੱਖ ਕੇ ਓਪੀ ਸੇਵ ਕਰੇ, ਇਉਂ ਗੁਰਮੁਖ ਆਪਨੇ ਵਾਰੀ ਹੈ, ਸਭ ਰਾਜ ਸ੍ਰਿਸ਼ਟ ਕਾਲੇ, ਉਵੇਂ ਦੀ ਸੇਵਾ ਬਾਬੇ ਜੱਠੇ ਨੇ ਕੀਤੀ। ਆਖਰ ਵਕਤ ਆਇਆ, ਗੁਰੂ ਅਮਰਦਾਸ ਜੀ ਨੇ ਫੈਸਲਾ ਕਰ ਲਿਆ ਭਈ ਗੁਰਗੱਦੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਗੁਰਗੱਦੀ ਤੇ ਬਿਰਾਜਮਾਨ ਹੋ ਕੇ 22 ਸਾਲ ਗੁਰਗੱਦੀ ਦੀ ਸੇਵਾ ਨਿਭਾਈ। ਉਹਦੇ ਦਰਮਿਆਨ ਹੀ ਸੇਵਾ ਕਰਦਿਆਂ ਇੱਕ ਦਿਨ ਗੁਰੂ ਅਮਰਦਾਸ ਜੀ ਨੇ ਹਜੇ ਗੁਰਗੱਦੀ ਮਿਲਿਆ 1 ਸਾਲ ਹੋਇਆ ਤੇ ਆਪਣੀ ਬੱਚੀ ਬੀਬੀ ਭਾਨੀ ਦਾ ਰਿਸ਼ਤਾ ਗੁਰੂ ਰਾਮਦਾਸ ਜੀ ਨੂੰ ਕਰ ਦਿੱਤਾ। ਹੁਣ ਮੈਂ ਇੱਕ ਵਾਰੀ ਫਿਰ ਪਿਛੋਕੜ ਵਿੱਚ ਜਾਣਾ ਚਾਹੁੰਦਾ। ਕਈ ਸਾਖੀਆਂ ਜੋੜ ਦਿੱਤੀਆਂ, ਮੈਂ ਸਾਰੀਆਂ ਨੂੰ ਪਾਸੇ ਰੱਖ ਕੇ ਗੁਰਮਤਿ ਦੇ ਨਾਲ ਸਾਂਝ ਪਾਉਣੀ ਚਾਹੁੰਦਾ। ਗੁਰੂ ਅਮਰਦਾਸ ਜੀ ਨੇ ਗੁਰਗੱਦੀ ਕਿਉਂ ਦਿੱਤੀ? ਉਹਨਾਂ ਨੇ ਦੇਖਿਆ ਵੀ ਇੱਕ 7 ਸਾਲ ਦਾ ਬੱਚਾ ਗਲੀ ਗਲੀ ਘੁੰਗੜੀਆਂ ਵੇਚਣ ਦੀਆਂ ਆਵਾਜ਼ਾਂ ਲਾਉਂਦਾ ਹੈ। ਸਵੇਰ ਤੋਂ ਸ਼ਾਮ ਤੱਕ ਕਿੰਨੇ ਹੀ ਲੋਕ ਨੇ ਜਿਹੜੇ ਇਸ ਗਰੀਬ ਨੂੰ ਝਿੜਕਾਂ ਦਿੰਦੇ ਨੇ। ਤੁਸੀਂ ਅੱਜ ਵੀ ਦੇਖਦੇ ਹੋ, ਇੱਕ ਨਿੱਕੇ ਗਰੀਬ ਬੱਚੇ ਨੂੰ ਕੁਝ ਵੇਚਦਾ ਹੋਵੇ ਤੇ ਕਿੰਨੇ ਲੋਕ ਉਹਨੂੰ ਝਿੜਕਾਂ ਮਾਰਦੇ ਨੇ। ਪਰ ਬਾਬਾ ਜੇਠਾ ਕਿਸੇ ਨਾਲ ਨਹੀਂ ਲੜਦੇ, ਕਿਸੇ ਨਾਲ ਨਹੀਂ ਕੋਈ ਸ਼ਿਕਵਾ ਸ਼ਿਕਾਇਤ ਕਰਦੇ। ਜਿਹਦੇ ਕੋਲ ਜੋ ਦੇ ਕੇ ਚਲਾ ਜਾਂਦਾ ਹੈ, ਜਿਹਦੇ ਕੋਲ ਕ੍ਰੋਧ ਹੈ ਉਹ ਕ੍ਰੋਧ ਦੀਆਂ ਗਾਲਾਂ, ਜਿਹਦੇ ਕੋਲ ਮੰਦੇ ਬੋਲ ਨੇ ਮੰਦੇ ਬੋਲ, ਜਿਹਦੇ ਕੋਲ ਕੁਝ ਵੀ ਈਰਖਾ ਦਵੈਸ਼, ਉਹ ਬਾਬੇ ਜੇਠੇ ਦੀ ਝੋਲੀ ਪਾ ਕੇ ਚਲਾ ਜਾਂਦਾ ਹੈ। ਪਰ ਬਾਬਾ ਜੇਠਾ ਸ਼ਾਮ ਤੱਕ ਘੁੰਗਣੀਆਂ ਵੇਚਦੇ ਨੇ, ਕਿਸੇ ਨਾਲ ਕੋਈ ਸ਼ਿਕਵਾ ਸ਼ਿਕਾਇਤ ਨਹੀਂ। ਇਹ ਗੁਰੂ ਅਮਰਦਾਸ ਜੀ ਦੇਖ ਰਹੇ ਨੇ। ਜਿਹਨੇ ਜ਼ਮਾਨੇ ਨੂੰ ਇੰਨਾ ਕੁਛ ਦਿੱਤਾ ਹੋਵੇ, ਮੈਂ ਬਹੁਤ ਵਾਰੀ ਇਹ ਬੇਨਤੀ ਕਰਨਾ, 2 ਗੱਲਾਂ ਨੂੰ ਹਮੇਸ਼ਾ ਵਿਚਾਰਿਓ, 2 ਗੱਲਾਂ ਨੂੰ ਹਮੇਸ਼ਾ ਵਿਚਾਰਿਓ। ਇੱਕ ਪਾਸੇ ਅਮੀਰ ਹੈ, ਇੱਕ ਪਾਸੇ ਗਰੀਬ ਹੈ। ਗਰੀਬ ਨੂੰ ਸਾਰੀ ਦਿਹਾੜੀ ਕੀ ਮਿਲਦਾ ਔਰ ਉਹ ਦਿੰਦਾ ਕੀ ਹੈ? ਅਮੀਰ ਨੂੰ ਸਾਰੀ ਦਿਹਾੜੀ ਕੀ ਮਿਲਦਾ ਔਰ ਉਹ ਦਿੰਦਾ ਕੀ ਹੈ? ਅੱਜ ਆਪਣੇ ਕੋਲ ਸਮਾਂ ਥੋੜਾ ਜਿਹਾ ਘੱਟ ਹੈ, ਮੈਂ ਉਨੀ ਕੋਈ ਗੱਲ ਕਰਕੇ ਅੱਗੇ ਤੁਰ ਜਾਣਾ ਹੈ। ਗਰੀਬ ਨੂੰ ਓਏ, ਗਰੀਬ ਨੂੰ ਨਿਰਾਦਰ, ਗਰੀਬ ਨੂੰ ਰੱਜ ਕੇ ਨਾ ਰੋਟੀ, ਗਰੀਬ ਨੂੰ ਨਾ ਚੰਗਾ ਬਿਸਤਰਾ, ਗਰੀਬ ਨੂੰ ਨਾ ਚੰਗਾ ਘਰ, ਗਰੀਬ ਨੂੰ ਲੋਕਾਂ ਦੀਆਂ ਲਾਹਣਤਾਂ, ਲੋਕਾਂ ਦੇ ਕੌੜੇ ਬੋਲ ਸੁਣਨ ਨੂੰ ਮਿਲਦੇ ਨੇ। ਪਰ ਇਹ ਹੁਣ ਦਿੰਦਾ ਕੀ ਹੈ? ਇਹ ਹੁਣ ਦਿੰਦਾ ਕੀ ਹੈ? ਗਰੀਬ ਕਦੇ ਵੀ ਕਿਸੇ ਨੂੰ ਤੂੰ ਕਹਿ ਕੇ ਨਹੀਂ ਬੋਲਦਾ, ਤੁਸੀਂ ਕਹਿੰਦੇ ਦੀ ਜ਼ੁਬਾਨ ਥੱਕਦੀ ਹੈ। ਇਹ ਜੀ ਕਹਿੰਦਾ ਹੈ। ਲੋਕਾਂ ਦੇ ਘਰ ਕਿੱਡੇ ਕਿੱਡੇ ਆਲੀਸ਼ਾਨ ਬਣਾ ਕੇ ਦਿੰਦਾ, ਲੋਕਾਂ ਦੇ ਪੈਰਾਂ ਦੇ ਜੋੜੇ ਬਣਾ ਕੇ ਦਿੰਦਾ, ਲੋਕਾਂ ਨੂੰ ਕੱਪੜਾ ਬਣਾ ਕੇ ਦਿੰਦਾ, ਲੋਕਾਂ ਦੇ ਪਤਾ ਨਹੀਂ ਕਿੰਨੇ ਕੁ ਕੰਮ ਇਹ ਗਰੀਬ ਕਰਦਾ। ਪਰ ਚੇਤੇ ਰੱਖਿਓ, ਇੰਨਾ ਕੁਛ ਕਰਨ ਦੇ ਬਾਵਜੂਦ ਵੀ ਇਹਦੀ ਮਜ਼ਦੂਰੀ ਵੀ ਇਹਨੂੰ ਵਕਤ ਨਾਲ ਨਹੀਂ ਮਿਲਦੀ। ਇਹ ਗਰੀਬ ਦੀ ਕਹਾਣੀ ਹੈ। ਉਹ ਦਿੰਦਾ ਕੀ ਹੈ ਤੇ ਲੈਂਦਾ ਕੀ ਹੈ? ਹੁਣ ਅਮੀਰ ਦੀ ਸੁਣੋ। ਅਮੀਰ ਨੂੰ ਮਿਲਦਾ ਕੀ ਹੈ? ਉਹਨੂੰ ਹਰ ਕੋਈ ਜੀ ਕਹਿ ਕੇ ਬੋਲਦਾ ਹੈ। ਜਿੰਨੇ ਗੁਣ ਉਹਦੇ ਵਿੱਚ ਨਹੀਂ ਵੀ ਹੁੰਦੇ, ਖੁਸ਼ਾਮਦ ਕਰਨ ਵਾਲੇ ਲੋਕ ਉਹਦੇ ਔਗਣਾਂ ਨੂੰ ਵੀ ਗੁਣ ਬਣਾ ਕੇ ਪੇਸ਼ ਕਰਦੇ ਨੇ। ਇਹਦੀ ਥਾਂ ਥਾਂ ਤੇ ਤਾਰੀਫ ਹੁੰਦੀ ਹੈ। ਜਿਹੜੀ ਸਭਾ ਸੁਸਾਇਟੀ ਵਿੱਚ ਜਾਵੇ ਨੂੰ ਸਰੋਪਾ, ਹਰ ਕੁਛ ਮਿਲਦਾ। ਪਰ ਇਹ ਹੁਣ ਸਮਾਜ ਨੂੰ ਦਿੰਦਾ ਕੀ ਹੈ? ਇਹ ਲੋਕਾਂ ਦਾ ਹੱਕ ਮਾਰਦਾ, ਲੋਕਾਂ ਨੂੰ ਕੌੜੇ ਬਚਨ ਬੋਲਦਾ, ਕਿਸੇ ਦੀਆਂ ਧੀਆਂ ਭੈਣਾਂ ਨੂੰ ਮੈਲੀ ਨਜ਼ਰ ਨਾਲ ਦੇਖਦਾ। ਇਹ ਹਮੇਸ਼ਾ ਹੀ ਗੰਦ ਫੈਲਾਉਂਦਾ ਹੈ। ਮੈਂ ਇੱਕ ਵੱਖਰਾ ਪੱਖ ਸਮਾਜ ਦੀ ਤਸਵੀਰ ਤੁਹਾਡੇ ਸਾਹਮਣੇ ਰੱਖੀ ਹੈ। ਸੁਰਤ ਬਿਰਤ ਉੱਥੇ ਲੈ ਕੇ ਜਾਇਓ। ਬਾਬਾ ਜੇਠਾ ਜੀ ਸਵੇਰ ਤੋਂ ਸ਼ਾਮ ਤੱਕ ਪਤਾ ਨਹੀਂ ਕਿੰਨੇ ਕੁ ਲੋਕਾਂ ਦੀਆਂ ਗੱਲਾਂ ਸੁਣਦੇ ਨੇ, ਪਰ ਆ ਕੇ ਕੋਈ ਉਲਾਮਾ ਨਹੀਂ ਦਿੰਦੇ। ਫਿਰ ਅਗਲੀ ਗੱਲ, ਇੱਕ ਦਿਨ ਇੱਕ ਫਕੀਰ ਨੂੰ ਭੁੱਖਾ ਦੇਖਿਆ, ਬਰਦਾਸ਼ਤ ਨਾ ਹੋਇਆ। ਫਕੀਰ ਕਹਿਣ ਲੱਗਾ, ਪੁੱਤਰਾ ਮੈਂ ਘੁੰਗਣੀਆਂ ਖਾਣੀਆਂ, ਪਰ ਮੇਰੇ ਕੋਲ ਪੈਸਾ ਕੋਈ ਨਹੀਂ। ਜਦੋਂ ਇਹ ਪਿਆਰ ਨਾਲ ਕਿਹਾ ਤੇ ਉਹਨੇ ਇੱਕ ਵਾਰੀ ਬਿਨਾਂ ਕੋਈ ਗੱਲ ਕਰੀ, ਘੁੰਗਣੀਆਂ ਸਾਰੀ ਦੀ ਸਾਰੀ ਟੋਕਰੀ ਅੱਗੇ ਰੱਖ ਦਿੱਤੀ। ਜਿਹੜੇ ਵੀ ਆਏ ਸਭ ਨੂੰ ਮੁਫਤ ਖਵਾ ਦਿੱਤੀਆਂ।
गुरु अमरदास जी देखते नहीं हो तेरे दिल च इन्ना दर्द, तू खुद किन्नी बारी भुखा सौंदा होएगा पर तेनू कदे किसी ने प्रशादा नहीं दिता, पर तेरे कोल एक भुखा फकीर ना देख होया। तेरे च ये गुण ने, इन्हां गुणा करके गुरगद्दी मिली है। अगली गल, गुरु अमरदास जी ने कहा पुत घुंगणियां वाली टोकरी छड्ड दे, तू सेवा वाली चुक लै। एक दिन भी ना कहा भी सतगुरु मैं, मेरी माँ नहीं है, मेरा बाप नहीं है, मैं अपना घर भी बनाना, मैं अपने पैर भी खड़े करने ने, तो मैं अपने पैरों पर खड़ा होना नहीं। गुरु ने कह दिता घुंगणियां वाली छड्ड दे, सेवा वाली चुक लै। चुक ली टोकरी। इन्ना विश्वास गुरु ते हो सकता है किसी को? इन्ना यकीन हो सकता है? अगली गल, जिस दिन गुरु अमरदास जी ने अपनी धी का रिश्ता करना है, उस दिन उन्होंने आवाज मारी, कहन लगे जेठिया आ वाली टोकरी सुट के ना नवी ना भरी ते मेरे को आ जाई। टोकरी सुट के आ गए, दाड़ा भरिया मिट्टी नाल, मिट्टी की टोकरी चुकते सन, जिहड़ा परना बनिया वह भी मिट्टी नाल भरिया है, चोले ते भी मिट्टी है। निमरता नाल आके मत्था टेकिया, सतगुरु हुक्म करो। गुरु अमरदास जी बड़े प्यार नाल कहन लगे जेठिया एक बहुत जरूरी तेरे नाल सलाह करनी है। इन्नी गल कहण दी देर सी, बाबे जेठे दियां दोवें अखां तो पानी बह तुरिया। बहुत प्यार विच भिज गया, सतगुरु मेरे नाल सलाह करनी है। मैनूं ते अज तक नहीं किसी ने पूछा तेरे तो पहला दादिया भई तू रज के कदे रोटी भी खा ली है, कदे तेनू किसी चीज़ का चाह होवे। अपने घरां च आपां बच्चे देखते हैं ना, मैं आ नहीं खाना, मामा किन्ना कुछ बदल बदल के बना के दिंदियां ने, मैं एवें कपड़े पहनने, किन्ने कुछ असीं बदल बदल के देने हैं। याद रखियो जिन्हें माँ बाप ना होण वो कदे अपनी मंग नहीं रखता, वो कदे अपनी मर्जी का प्रशादा पानी नहीं सकता, वो कदे अपनी मर्जी का नहीं पहनता, जो मिल जाए वो पहन लेंदा है। जदों उन्होंने कहा भी तेरे नाल गल करनी, एक सलाह करनी है, बहुत रोए बाबा जेठा जी। सतगुरु मेरे नाल, मेरी तो कोई गल भी नहीं पूछता, इहो जी केड़ी गल है जिहड़ी मेरे नाल करनी है। पूछया दसो सतगुरु जी की हुक्म है मेरे लिए? कहन लगे जेठिया मैं अपनी बच्ची भानी का रिश्ता तेरे नाल करना चाहना। सच करके जाने, सुने हुए शब्दों ते यकीन ना आया। ये मैं की सुन रहे हैं? एक पातशाहां दा पातशाह होवे, जिन्हों दीन दुनिया सलाम करती होवे, उहदी बच्ची होवे ते ओ ते अपनी बच्ची नूं किसी भी उच्चे घराणे च विआह सकदा है, पर कोई एक जेठे नूं विआहण लगे होवे जिहदा ना घर है, ना माँ है, ना बाप है, ना कारोबार, ना कुछ भी तो नहीं। कहन लगे बादशाह मेरे को शब्द मुक गए ने। दिन निश्चित हो गया, बाबा जेठा जी आए। गुरु अमरदास जी एक बेनती करनी है, दसो। सतगुरु में बहुत उड़ीकिया भाई शायद लाहौर तो कोई आएगा, हुण ते मेरी मंगनी हो गई सी तुहाडे घर विच, मैं सोचिया शायद कोई हुण आएगा, पर कोई नहीं आया। गुरु अमरदास जी कहन लगे फिर बुलाना चाहुंदा? कहना नहीं सतगुरु बुलाना नहीं चाहता, मैं इन्नी गल कहनी चाहुंदा भी जदों मैं बरात लेके आवांगा तो मेरे नाल तां किसी ने भी नहीं होना, मैं तो कल्ला ही है, सतगुरु मेरे नाल किसी ने भी नहीं होना। गुरु अमरदास जी ने गलवकड़ी च लिया, मत्था चुमिया, कहन लगे जेठिया तेरी बरात का भी मैं प्रबंध किया। मैनू लगता शायद ये दुनिया च पहला विआह होवे जिहदे लई बराती लड़की वाले भेज रहे ने। इन्हां गल्लां करके गुरगद्दी मिली है।
शादी हुई, इहो जे हालात विच शादी हुई होवे, गुरु रामदास जी मंग की कर रहे ने, दाज की मंग रहे ने। इहो जे हालात विच शादी हुई होवे ते बंदा ते बड़ा कुछ मंग सकता है। गुरु अमरदास जी के घर च किस गल का घट है? दाज की मंग रहे ने? दाज मंग रहे ने, हर प्रभ मेरे बाबुला, हर देवो दान मैं दाजो, हर कपड़ो हर शोभा देवो, जित सबर मेरा काजो। हर हर भगती काज सुहेला, गुर सतगुर दान दिवाया, खंड ब्रह्मांड पौ शोभा होई, ए दान न रलै रलाया। होर मनमुख दाज जे रख दिखालै, से कूड़ अहंकार कच पाजो, हर प्रभ मेरे बाबुला, हर देवो दान मैं जाचो। सारी जिंदगी की घटना गुरु अमरदास जी दी नज़रां दे सामने है, बाबा जेठा जी दी। फिर हुण जवाई बन गए। जवाई दे बन के तो देखो किड्डा वड्डा रुतबा हासिल हो जाता है। जदों आनंद कारज हो गया, जिवें दी उस वेले शादी हुंदी सी, गुरु रामदास जी ने बहुती निमरता धारण कर ली, कोई गुरु अमरदास जी नूं उलामा ना देवे। सेवा करन जाना तो दूजिया तो पहला पहुंच जाना, सेवा मुका के आनी तो सब तो बाद विच आना घर। भी कोई ये ना कहे भी ये गुरु अमरदास जी का जवाई है तो ये सेवा करन दा ढंग बदल गया। निमरता नाल सेवा करते रहे। उन्हां दा एक दूजा जवाई है बाबा रामा। उन्हां दे मन विच एक माड़ी जी ईरखा जाग पई, भई मैनू गुरगद्दी देण दा वक्त है ते बाबा जेठा बहुता नेड़े है, मैं इन्ना नेड़े नहीं, मैं भी तो जवाई हाँ। गुरु अमरदास जी ने यह भी गल स्पष्ट कर दी। जदों 3 दिन थड़े बनवाए, गल थड़ियां दी नहीं सी, ये गल चेता रखियो, मैं बार बार बेनती करा। बोलिया उही कुछ जांदा है जो अंदर स्टोर होवे। बोलिया बोला राही जबान वरताउंदी है, जबान कट्ठा नहीं करती। याद रखियो, जबान कदे कट्ठा नहीं करती, कट्ठा कन करते ने, अखां राही मनुख कट्ठा करता है, जो कुछ इकट्ठा करता है। जबान ते वरताउंदी है, जो कन्ना ने इकट्ठा किया होया, जबान, रसना, जीभ, मूँह, बुल, कोई शब्द ला लो, ये वरताउंदे ने। इसे लिए बच्चों के कन्ना में आप चंगिया चंगिया चीज़ा पाने हैं। जेड़े बच्चे के कन्ना च वाहिगुरू पाओगे, उसकी जबान तो भी वाहिगुरू निकलेगा। समा आया, गल तो यह वेखी जानी सी भी जिहदे अंदर गुरु बैठा होया उहदे अंदरों गुरु बोलेगा, जिहदे अंदर निमरता बैठी हुई उहदे अंदरों निमरता बोलेगी। वक्त आया, गुरु अमरदास जी ने हुक्म किया अपने दोने जवाइयां नूं, भई थड़े बनाओ। थड़े वो बनाओ जिहड़े गुरु नूं पसंद आ जान, गुरु ने बैठना है। बाबा रामा जी ने, बीबी दानी के पति ने थड़ा बनाया, बाबा जेठा जी ने भी थड़ा बनाया। शाम का वक्त आया, गुरु साहब जी ने दोवें थड़े नकार दिते। बाबे रामे ने तकलीफ मनी, जेठे ने भाणा मन लिया। दूजे दिन थड़े बनाए, फिर दोबारे नकार दिते, फिर उवें ही भाणा मन लिया ते तकलीफ मनी बाबे रामे ने। तीजे दिन फिर थड़ा बनाया, तीजे दिन फिर गुरु ने नकार दिते। बाबा रामा बीबी दानी का पति, गुरु अमरदास जी का एक दूजा जवाई, वो कहन लग्या भी सतगुरु ए पे ना सारा समान, मैं हुण कल नूं नहीं थड़ा बनाउणा। कहंदे क्यों? कहंदे सतगुरु तुसीं कसूर मेरे च कढ दिंदे हो, असल च तुहाडी उम्र हो गई बुढ़ी ते तुसीं सवेरे जो कह के जांदे हो शाम तक भुल जांदे हो। आप कहो जिम बिसरै फेर, इस समय दोष आहे क्या मेर। जिमें तुसीं कहंदे हो भुल जांदे हो, इहदे च मेरा की दोष है। बाबे जेठे नूं आखिया भी तूं भी समान धो लिया
ਤੇ ਤੂੰ ਕੱਲ ਥੜਾ ਨਹੀਂ ਬਣਾਉਣਾ? ਕਹਿੰਦੇ ਨਹੀਂ ਸਤਿਗੁਰੂ। ਕਹਿੰਦੇ ਕਿਉਂ? ਕਹਿੰਦੇ ਸਤਿਗੁਰੂ ਮੈਂ ਆਪਣੀ ਮੱਤ ਨਾਲ ਬਣਾ ਕੇ ਦੇਖ ਲਿਆ, 3 ਦਿਨ ਠੀਕ ਬਣਦਾ ਹੀ ਨਹੀਂ। ਤੂੰ ਇੱਕ ਕਿਰਪਾ ਕਰੇ, ਜਦੋਂ ਤੂੰ ਮਿਹਰ ਭਰਿਆ ਹੱਥ ਰੱਖੇਗਾ ਨਾ ਤੇ ਤਾਂ ਥੜਾ ਠੀਕ ਬਣਨਾ। ਜਿਵੇਂ ਤੂੰ ਸਵੇਰੇ ਕਹਿ ਕੇ ਜਾਣਾ ਮੈਂ ਐਡੀ ਛੋਟੀ ਮੱਤ ਵਾਲਾ, ਸ਼ਾਮ ਤੱਕ ਭੁੱਲ ਜਾਣਾ, ਕੁਝ ਦਾ ਕੁਝ ਬਣਾ ਕੇ ਰੱਖ ਦਿੰਦਾ, ਮੈਂ ਉਹ ਥੜਾ ਹੀ ਨਹੀਂ ਬਣਾ ਪਾਉਂਦਾ ਜਿਹੜਾ ਤੈਨੂੰ ਪਸੰਦ ਹੈ। ਤੁਸੀਂ ਕਿਰਪਾ ਕਰੋ, ਤੁਸੀਂ ਮੇਰੀ ਗੱਲ ਨੂੰ ਮਾਫ ਕਰ ਦਿਓ ਸਤਿਗੁਰੂ ਜੀ। ਮੇਰੇ ਕੋਲ ਹਉ ਅਜਾਨ ਨਿਤ ਭੂਲਨ ਹਾਰੋ, ਤੁਮ ਕਿਰਪਾਲ ਨਿਜ ਬਿਰਦ ਸੰਭਾਰੋ। ਮੈਂ ਅਣਜਾਣੇ ਰੋਜ਼ ਹੀ ਭੁੱਲ ਜਾਣਾ, ਤੁਸੀਂ ਕਿਰਪਾ ਕਰਕੇ ਆਪਣੇ ਸੁਭਾਅ ਦੀ ਪਹਿਚਾਣ ਕਰੋ। ਗੁਰੂ ਅਮਰਦਾਸ ਜੀ ਨੇ ਘੁੱਟ ਕੇ ਸੀਨੇ ਲਾ ਲਿਆ, ਕਹਿਣ ਲੱਗੇ ਪੁੱਤ ਗੱਲ ਤੇ ਬਸ ਇੰਨੀ ਸੀ ਨਾ। ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਪਕੜ ਵਿੱਚ ਰੱਖਿਓ। ਗੁਰੂ ਅਮਰਦਾਸ ਜੀ ਨੇ ਇੱਕ ਤੀਰਥ ਯਾਤਰਾ ਕੀਤੀ ਸੀ ਲੋਕਾਂ ਨੂੰ ਪਰਮਾ ਕਰਮਾਂ ਵਿੱਚੋਂ ਕੱਢਣ ਵਾਸਤੇ। ਉਦੋਂ ਬਾਬਾ ਜੀਠਾ ਜੀ ਨਾਲ ਗਏ ਸਨ, ਉਹਨਾਂ ਨੇ ਸਾਰੇ ਹਾਲਾਤ ਵੇਖ ਲਏ ਸਨ। ਜਿਉਂ ਵਾਪਸ ਆਏ ਕਿਉਂ ਉਹਨਾਂ ਲੋਕਾਂ ਨੇ, ਵਿਪਰਵਾਦੀ ਸੋਚ ਵਾਲਿਆਂ ਨੇ ਅਕਬਰ ਦੇ ਦਰਬਾਰ 'ਚ ਇੱਕ ਸ਼ਿਕਾਇਤ ਕਰ ਦਿੱਤੀ ਵੀ ਗੁਰੂ ਅਮਰਦਾਸ ਜੀ ਸਾਡੇ ਧਰਮ ਕਰਮਾਂ ਨੂੰ ਠੇਸ ਮਾਰ ਰਹੇ ਨੇ, ਤੁਸੀਂ ਆ ਕੇ ਸਪਸ਼ਟੀਕਰਨ ਦਿਓ। ਗੁਰੂ ਅਮਰਦਾਸ ਜੀ ਆਪ ਜਾਣ ਦੀ ਬਜਾਏ ਉਹਨਾਂ ਨੇ ਆਪਣੀ ਥਾਂ ਤੇ ਬਾਬੇ ਜੀਠੇ ਨੂੰ ਭੇਜ ਦਿੱਤਾ। ਹੁਣ ਬਾਬੇ ਜੀਠੇ ਨੇ ਅਕਬਰ ਦੇ ਦਰਬਾਰ ਵਿੱਚ ਉਹਨਾਂ ਦੇ ਕਰਮ ਕਾਂਡਾਂ ਦੀ ਤੇ ਸਿੱਖੀ ਦੀ ਇਸ ਢੰਗ ਨਾਲ ਵਿਆਖਿਆ ਕੀਤੀ, ਬਾ ਕਮਾਲ ਵਿਆਖਿਆ ਕੀਤੀ। ਅਕਬਰ ਬਾਦਸ਼ਾਹ ਐਡਾ ਖੁਸ਼ ਹੋਇਆ, ਉਹ ਕਹਿਣ ਲੱਗਿਆ ਮੈਂ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਆਪ ਜਾਵਾਂਗਾ। ਤੇ ਬਾਅਦ ਵਿੱਚ ਅਕਬਰ ਬਾਦਸ਼ਾਹ ਆਇਆ ਵੀ। ਐਡੇ ਫਲਸਫੇ ਦੇ ਜਾਣੂ ਨੇ, ਉਹ ਜਾਣੂ ਨੇ ਵੀ ਕਰਮ ਕਾਂਡ ਕੀ ਹੈ, ਸਿੱਖੀ ਕੀ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਦੇਖ ਕੇ ਇੱਕ ਮੈਂ ਭੱਟਾਂ ਦਾ ਇੱਕੋ ਹੀ ਕਹਿ ਸਕਣਾ, ਬਹੁਤੇ ਨਹੀਂ ਕਹਾਂਗਾ, ਇੱਕ ਬਚਨ ਕਹਿ ਕੇ ਮੈਂ ਸਮਾਪਤੀ ਕਰਨ ਲੱਗਾ। ਭੱਟ ਵੀ ਗੁਰੂ ਰਾਮਦਾਸ ਜੀ ਦੇ ਹਿਰਦੇ ਚੋਂ ਦੇਖੋ ਗੁਣ ਦੇਖ ਰਹੇ ਨੇ। ਮੋਹ ਮਲ ਬੇਬਸ ਕੀਓ, ਕਹਿੰਦੇ ਮੋਹ ਨੂੰ ਮਲ ਕੇ ਤੂੰ ਬੇਬਸ ਕਰ ਦਿੱਤਾ। ਕਾਮ ਕੇ ਕੇਸ ਪਛਾੜਿਓ, ਤੂੰ ਕਾਮ ਦੇ ਕੇਸਾਂ ਤੋਂ ਪਕੜ ਕੇ ਉਹਨੂੰ ਪਛਾੜ ਕੇ ਬਾਹਰ ਮਾਰਿਆ। ਕ੍ਰੋਧ ਕੀਓ ਪ੍ਰਚੰਡ ਖੰਡ, ਤੂੰ ਕ੍ਰੋਧ ਨੂੰ ਖੰਡ ਖੰਡ ਕਰਕੇ ਘਰੋਂ ਕੱਢ ਦਿੱਤਾ। ਇੱਥੇ ਬਸ ਨਹੀਂ, ਕਹਿਣ ਲੱਗੇ ਜਦੋਂ ਮੈਂ ਤੇਰੇ ਜੀਵਨ ਵੱਲ ਝਾਤ ਮਾਰਨਾ, ਲੋਭ ਨੂੰ ਵੀ ਤੂੰ ਘਰੋਂ ਕੱਢਿਆ, ਉਹਨੂੰ ਨਿਰਾਦਰ ਕਰਕੇ, ਉਹਨੂੰ ਬੇਸਟ ਕਰਕੇ ਘਰੋਂ ਕੱਢ ਦਿੱਤਾ। ਸਤਿਗੁਰੂ ਗੁਰੂ ਰਾਮਦਾਸ ਜੀ, ਤੇਰੇ ਘਰ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਕੋਈ ਥਾਂ ਨਹੀਂ ਹੈ। ਤੇਰੇ ਘਰ ਵਿੱਚ ਕੇਵਲ ਸ਼ੁਭ ਗੁਣਾਂ ਦੀ ਦਾਤ ਹੈ। ਤੇਰੇ ਹਿਰਦੇ 'ਚ ਵਸਿਆ ਰੱਬ ਇਵੇਂ ਪ੍ਰਤੀਤ ਹੁੰਦਾ ਹੈ ਜਿਵੇਂ ਤੁਸੀਂ ਗੁਰਗੱਦੀ ਤੇ ਬੈਠ ਕੇ ਆਪਣੇ ਉਸ ਸਿਖਰ ਨੂੰ ਛੂਹ ਲਿਆ। ਆਓ ਪਿਆਰ ਵਾਲਿਓ, ਜਿਹੜੀਆਂ ਕਥਾ ਕਹਾਣੀਆਂ ਜੋੜ ਦਿੱਤੀਆਂ ਨਾਲ ਵੀ ਗੁਰੂ ਰਾਮਦਾਸ ਨੂੰ ਗੁਰਗੱਦੀ ਕਿਉਂ ਮਿਲੀ ਸੀ, ਉਹਨਾਂ ਨੂੰ ਪਾਸੇ ਕਰਕੇ ਇਹ ਵੇਖਣ ਦੀ ਕੋਸ਼ਿਸ਼ ਕਰੀਏ ਗੁਰੂ ਰਾਮਦਾਸ ਜੀ ਤੇਰੇ 'ਚ ਕਿੰਨੇ ਗੁਣ ਨੇ, ਜਿਨ੍ਹਾਂ ਗੁਣਾਂ ਕਰਕੇ ਗੁਰੂ ਅਮਰਦਾਸ ਜੀ ਨੇ ਤੁਹਾਨੂੰ ਗੁਰਗੱਦੀ ਦੇ ਤਖਤ ਤੇ ਬਿਠਾਇਆ। ਐਵੇਂ ਨਹੀਂ ਬਿਠਾਇਆ। 60 ਸਵਈਏ ਗੁਰੂ ਰਾਮਦਾਸ ਜੀ ਦੇ ਬਾਰੇ 'ਚ ਭੱਟਾਂ ਦੀ ਬਾਣੀ 'ਚੋਂ ਉਹਨਾਂ ਦੀ ਤਾਰੀਫ ਵਿੱਚ ਮਿਲਦੇ ਨੇ, ਉਹਨਾਂ ਦੀ ਵਡਿਆਈ ਵਿੱਚ ਮਿਲਦੇ ਨੇ। ਇੱਕ ਦਿਨ ਵੀ ਉਹਨਾਂ ਦੇ ਜੀਵਨ ਵਿੱਚੋਂ ਹੰਕਾਰ ਦੀ ਝਲਕ ਨਹੀਂ ਮਿਲੇਗੀ। ਸਾਰਾ ਜੀਵਨ ਨਿਮਰਤਾ ਦੇ ਨਾਲ ਉਹਨਾਂ ਨੇ ਗੁਜ਼ਾਰਿਆ ਤੇ ਆਖਰਕਾਰ ਉਹਨਾਂ ਨੂੰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਅਮਰਦਾਸ ਜੀ ਨੇ ਗੁਰਗੱਦੀ ਬਖਸ਼ਿਸ਼ ਕੀਤੀ ਤੇ ਆਪਣੇ ਪਾਵਨ ਤਖਤ ਤੇ ਸੁਭਾਈਮਾਨ ਕਰ ਦਿੱਤਾ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਇੰਨੀਆਂ ਬੇਨਤੀਆਂ ਕਬੂਲ ਕਰਿਓ। ਭੁੱਲਾਂ ਚੁੱਕਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।